जुगो जुग अटल। बाणी के बोहित चबर तखत, छत्र दे मालिक, पातशाहां दे पातशाह सतगुरु साहिब श्री गुरु ग्रंथ साहिब जी की पावन गोद विच जुड़ मिल बैठे वड भागी सतसंगी जनों, आप वड भागे हो जिन्हां नूं अंमृत वेले तो लैके सतगुरां दी पावन बाणी दे नाल जुड़न दा सुभाग प्राप्त होया। सतगुरां दे पावन बचन ने धन 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 जन आया, जिस प्रसाद सब जगत तराया। जन आमन का यह सुभाओ, जन के संग चित आवे नाओ। आप मुक्त मुक्त करे संसार, नानक तिस जन को सदा नमस्कार। ते सतगुरु जी बारे भट्टां ने अपनी पावन बाणी दे विच बचन दसे ने कि जब लोनी भाग लिलार उदय तब लो परमते फिरते बोतायो। कल घोर समुंदर में बूढ़त थे, कबहू मिट है नहीं रे पछतायो। तत् विचार जह मथरा, जग तारन को अवतार बनायो। जपियो जिन अर्जन देव गुरु, फिर संकट जोन गर्भ न आए। ऐसे सतगुरु सतगुरु साहिब श्री गुरु अर्जन देव जी पातशाह अज दे दिन गोइंदवाल दी धरती ते सतगुरु साहिब श्री गुरु रामदास पातशाह दे घर ते बीबी भानी जी दी कुख तो अवतार धारण करना कीता। सतगुरु साहिब श्री गुरु अर्जन देव जी पातशाह दे बारे इतिहास दे विच इस गल दा जिक्र आउंदा है कि जिस वेले सतगुरु साहिब श्री गुरु अमरदास पातशाह गुरता गद्दी दे मालक सन, सतगुरु साहिब श्री गुरु अमरदास पातशाह एक दिन तखत ते बैठे सन ते बारक दे रूप दे भी सन सतगुरु साहिब श्री गुरु अर्जन देव जी पातशाह। कहंदे जिस वेले रिड़दे तखत दे कोल पहुंच जांदे ने, गुरसिखां ने रोकण दा यतन कीता, पर सतगुरु साहिब श्री गुरु अमरदास पातशाह ने अपनी गोदी दे विच बिठाया, बचन भी कीते कि दोहिता बाणी का बोहिता। बचन कीते कि जिहड़ा ये साडा दोहता है ना, बोहत कहंदे जहाज नूं, कहंदे कि ये बाणी दा जहाज होवेगा। जिहड़े संसारक जीव ने उन्हां नूं ये संसार सागर तो बाणी दे आसरे दे नाल पार करना करेगा। जिस वेले सतगुरु साहिब श्री गुरु अमरदास पातशाह जोती जोत समाउंदे ने, तखत दा मालक सतगुरु साहिब श्री गुरु रामदास पातशाह नूं बना दिंदे ने। सतगुरु साहिब श्री गुरु रामदास पातशाह दे 3 सुपुत्र ने,
ਸਭ ਤੋਂ ਵੱਡੇ ਨੇ ਬਾਬਾ ਪ੍ਰਿਥੀ ਚੰਦ। ਤੇ ਪ੍ਰਿਥੀ ਚੰਦ ਜਿਹੜੇ ਨੇ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈ, ਉਹ ਘਰ ਦੇ ਕਾਰ ਵਿਹਾਰ ਸੰਭਾਲਦੇ ਨੇ, ਪਰ ਮਨ ਦੇ ਵਿੱਚ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰਤਾ ਗੱਦੀ ਉਹ ਮੈਨੂੰ ਪ੍ਰਾਪਤ ਹੋ ਜਾਵੇ। ਜਿਹੜੇ ਮਸੰਦ ਨੇ ਉਹਨਾਂ ਦੇ ਨਾਲ ਵੀ ਬਣਾ ਕੇ ਰੱਖਦੇ ਨੇ। ਜਿਹੜੀ ਗੁਰਸਿੱਖ ਕਾਰ ਭੇਟਾ ਲੈ ਕੇ ਆਉਂਦੇ ਨੇ ਉਹ ਵੀ ਪ੍ਰਿਥੀ ਚੰਦ ਸੰਭਾਲਦੇ ਨੇ, ਤੇ ਜਿਹੜਾ ਖਰਚਾ ਹੁੰਦਾ ਹੈ ਉਹ ਵੀ ਪ੍ਰਿਥੀ ਚੰਦ ਜੀ ਕਰਦੇ ਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸਭ ਤੋਂ ਛੋਟੇ ਨੇ, ਪਰ ਲਗਨ ਜਿਹੜੀ ਉਹ ਗੁਰੂ ਦੀ ਬਾਣੀ ਦੇ ਨਾਲ, ਉਸ ਮਾਲਕ ਦੇ ਚਰਨਾਂ ਦੇ ਨਾਲ। ਜਿਸ ਵੇਲੇ ਸਿਹਾਰੀ ਮੱਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਜੋ ਭਰਾ ਲੱਗਦੇ ਨੇ, ਉਹ ਚੱਲ ਕੇ ਆਏ, ਉਹਨਾਂ ਨੇ ਇਹ ਗੱਲ ਕਹਿਣੀ ਕੀਤੀ ਕਿ ਸਾਡੇ ਸੁਪੁੱਤਰ ਦਾ ਵਿਆਹ ਹੈ, ਉਹਦੇ ਵਿੱਚ ਸਤਿਗੁਰੂ ਜੀ ਤੁਸੀਂ ਚੱਲਣਾ ਕਰੋ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਬਚਨ ਕੀਤੇ, ਇੱਕ ਤੇ ਸਾਡੀ ਡਿਊਟੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਲਗਾਈ ਹੈ ਕਿ ਇਹ ਅੰਮ੍ਰਿਤ ਸਰੋਵਰ ਬਣਾਉਣਾ। ਇਹ ਛੇਤੀ ਜਿਹੜੀ ਸੇਵਾ ਹੈ ਇਹਨੂੰ ਨੇਪਰੇ ਚਾੜਨ ਵਾਸਤੇ ਬਚਨ ਕੀਤੇ ਨੇ। ਦੂਸਰਾ, ਜੇ ਅਸੀਂ ਉੱਥੇ ਚਲੇ ਗਏ ਲਾਹੌਰ ਦੇ ਵਿੱਚ, ਗੁਰੂ ਦੀਆਂ ਸੰਗਤਾਂ ਵੀ ਲਾਹੌਰ ਦੇ ਵਿੱਚ ਪਹੁੰਚ ਜਾਣਗੀਆਂ, ਜਿਹੜੇ ਸੰਬੰਧੀ ਨੇ ਉਹਨਾਂ ਵਾਸਤੇ ਬੜੀ ਮੁਸ਼ਕਲ ਬਣ ਜਾਵੇਗੀ, ਉਹਨਾਂ ਨੂੰ ਸੰਭਾਲਣਾ ਬੜਾ ਮੁਸ਼ਕਲ ਹੋ ਜਾਵੇਗਾ। ਸਿਹਾਰੀ ਮੱਲ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪਣੇ ਸਾਹਿਬਜ਼ਾਦੇ ਨੂੰ ਭੇਜ ਦੇਵੋ। ਉਸ ਵੇਲੇ ਪ੍ਰਿਥੀ ਚੰਦ ਨੂੰ ਬੁਲਾਇਆ ਗਿਆ। ਪ੍ਰਿਥੀ ਚੰਦ ਕਹਿਣ ਲੱਗਿਆ, ਸਤਿਗੁਰੂ ਜੀ ਜਿਹੜੇ ਇੱਥੇ ਕਾਰ ਵਿਹਾਰ ਚੱਲਦੇ ਨੇ, ਮਾਇਆ ਦਾ ਦੇਣ ਲੈਣ ਹੈ, ਉਹ ਸਾਰਾ ਕੁਝ ਮੈਂ ਕਰਦਾ, ਤੇ ਇੱਥੇ ਬੜਾ ਮੁਸ਼ਕਲ ਬਣ ਜਾਵੇਗਾ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸਾਰੀ ਗੱਲ ਸਮਝਦੇ ਸਨ। ਤੇ ਜਿਸ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਬੁਲਾਇਆ, ਤੇ ਸਤਿਗੁਰੂ ਜੀ ਨੇ ਇਨਕਾਰ ਨਹੀਂ ਕੀਤਾ, ਬਚਨ ਕੀਤੇ ਕਿ ਸਤਿਗੁਰੂ ਜੀ ਇਹ ਤੇ ਕੋਈ ਜ਼ਿਆਦਾ ਵੱਡਾ ਕੰਮ ਨਹੀਂ। ਜੇ ਸਤਿਗੁਰੂ ਜੀ ਕਿਤੇ ਤੁਸੀਂ ਮੈਨੂੰ ਇਹੋ ਜਿਹੇ ਕੰਮ ਵਾਸਤੇ ਭੇਜਦੇ ਜਿੱਥੇ ਜਾਨ ਵੀ ਚਲੀ ਜਾਂਦੀ, ਤੇ ਮੈਂ ਉੱਥੇ ਜਾਣ ਵਾਸਤੇ ਵੀ ਇਨਕਾਰ ਨਾ ਕਰਦਾ। ਤੇ ਜਦੋਂ ਤੁਰਨ ਲੱਗੇ ਤੇ ਸਤਿਗੁਰਾਂ ਨੇ ਬਚਨ ਕਰ ਦਿੱਤੇ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿੰਨਾ ਚਿਰ ਅਸੀਂ ਬੁਲਾਵਾਂਗੇ ਨਹੀਂ ਨਾ, ਉਹਨਾਂ ਚਿਰ ਵਾਪਸ ਵੀ ਨਹੀਂ ਆਉਣਾ। ਲਾਹੌਰ ਦੇ ਵਿੱਚ ਜਾਂਦੇ ਨੇ, ਜੋ ਸਤਿਗੁਰੂ ਜੀ ਦੇ ਤਾਇਆ ਜੀ ਲੱਗਦੇ ਸਨ, ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਸਹਾਰੀ ਮੱਲ, ਉਹਨਾਂ ਦੇ ਲੜਕੇ ਦਾ ਵਿਆਹ ਹੁੰਦਾ ਹੈ। ਵਿਆਹ ਤੋਂ ਬਾਅਦ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਬੈਠ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਸੰਗਤਾਂ ਆਉਂਦੀਆਂ ਨੇ, 2 ਸਾਲ ਬਤੀਤ ਹੋ ਗਏ, ਪਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਬੁਲਾਇਆ ਨਹੀਂ। ਮਨ ਦੇ ਵਿੱਚ ਆਇਆ ਕਿ ਪਤਾ ਨਹੀਂ ਕੀ ਕਾਰਨ ਹੈ, ਸਤਿਗੁਰੂ ਜੀ ਨਾਰਾਜ਼ ਨੇ ਜਿਹੜਾ ਸਾਨੂੰ ਬੁਲਾਉਣਾ ਨਹੀਂ ਕੀਤਾ। ਉਸ ਵੇਲੇ ਇੱਕ ਪੱਤਰਕਾਰ ਲਿਖੀ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੀ ਜੀ। ਸਿੱਖ ਨੂੰ ਕਿਹਾ ਕਿ ਪੱਤਰਕਾਰ ਲੈ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾਣਾ ਕਰ। ਸਿੱਖ ਚਲਿਆ ਜਾਂਦਾ ਹੈ। ਅੱਗੇ ਮਿਲਾਪ ਜਿਹੜਾ ਸੀ ਉਹ ਪ੍ਰਿਥੀ ਚੰਦ ਦੇ ਨਾਲ ਹੋ ਜਾਂਦਾ ਹੈ। ਪੱਤਰਕਾਰ ਪ੍ਰਿਥੀ ਚੰਦ ਲੈ ਲੈਂਦਾ ਹੈ ਤੇ ਇਹ ਆਖਦਾ ਹੈ ਕਿ ਤੂੰ ਫਿਕਰ ਨਾ ਕਰ, ਮੈਂ ਪੱਤਰਕਾਰ ਗੁਰੂ ਪਿਤਾ ਕੋਲ ਪਹੁੰਚਾ ਦੇਵਾਂਗਾ। ਆਪਣੀ ਜੇਬ ਦੇ ਵਿੱਚ ਪਾ ਕੇ ਘਰ ਚਲਿਆ ਜਾਂਦਾ। ਕੁਝ ਸਮਾਂ ਬਤੀਤ ਹੋਇਆ,
फिर एक पत्रिका लिखी, गुरसिख नूं समझाया कि सतगुरु जी दे कोल जा ते पत्रिका दे के आवे। तेरा मुख सुहावा जियो सहज तुन बाणी, चिर होवा देखे सारंग पानी, त्रिखा ना उतरे शांत ना आवे, बिन दर्शन संत प्यारे जी। सिख पत्रिका लेके जाता, प्रिथिया फिर मिल जाता। वो पत्रिका भी प्रिथिए ने ले लई ते सतगुरु साहब श्री गुरु रामदास पातशाह नूं नहीं दित्ती। गुरसिख ने दसिया कि सतगुरु जी मैं इस तरह पत्रिका ये जिहड़ी सी वो भी प्रिथिए ने मेरे तो लैनी की। जदों फिर तीजी बारी पत्रिका लिख देने ना, एक घड़ी ना मिलते तां कलयुग होता, हुण कद मिले है प्रिय तुद भगवंता, मोह रैन ना बिहावे नींद ना आवे, बिन देखे गुर दरबारे जी। सिख नूं समझाया कि पत्रिका लेके सतगुरु साहब श्री गुरु रामदास पातशाह की शरण दे विच जावी ते पत्रिका सतगुरु जी नूं देनी करी। सिख पहुंच जाता है। समा वेख्या सतगुरु साहब श्री गुरु रामदास पातशाह दीवान सजा के बैठे ने ते सिख उस वेले पत्रिका लेके पहुंचे। सतगुरु जी के चरणों के विच जाके पत्रिका अर्पण की। जदों पत्रिका दिती ना, उहदे ते 3 नंबर लिखिया सी। सतगुरु जी पुछदे ने, गुरसिखा इहदे नाल दीआं 2 चिट्ठियां होर भी सन। ते सिख ने दसिया कि सतगुरु जी वो मैं प्रिथिए नूं देतियां सी, तुहाडे वड्डे सपुत्र। सतगुरु जी प्रिथी चंद नूं बुलाया। प्रिथी चंद के मन दे विच डर सी कि सतगुरु साहब श्री गुरु अर्जन देव जी पातशाह सतगुरां दे वांगू गुरबाणी उचारण करनी शुरू कर दित्ती। किते ये ना होवे कि सतगुरु जी गुरता गद्दी दा मालक उन्हां नूं बना दे। प्रिथी चंद नूं ये भी पता सी कि सतगुरु साहब श्री गुरु रामदास पातशाह ने थोड़े समय दे विच ज्योति जोत समा जाना। क्यों जिस वेले सतगुरु साहब श्री गुरु अमरदास पातशाह ज्योति जो समाए तो उन्होंने अपनी 6 साल उम्र जिहड़ी सी वो सतगुरु साहब श्री गुरु रामदास पातशाह नूं गुरता गद्दी दे नाल बख्शी सी। इनूं इस गल बारे ज्ञान सी, पता सी। इस करके ये पत्रिका नहीं सी देना चाहता। ये मुकर गया उस वेले कि सतगुरु जी मेरे को कोई पत्रिका नहीं है। फिर सतगुरु साहब श्री गुरु रामदास पातशाह ने प्रिथिए के घर दे विच गुरसिखां नूं भेजिया। इहदी पोशाक दे विचों वो पत्रिकावां निकलियां ते प्रिथिए ने उस वेले भी इनकार कर दिता। कहन लग्या कि ते मैं आप लिखियां। सतगुरु साहब श्री गुरु अर्जन देव जी पातशाह नूं बुलाउण वास्ते बाबा बुढ़ा जी, भाई गुरदास जी वर्गे सिख जिहड़े सन उन्हां नूं भेजिया। जदों लाहौर तो लैके आए, सतगुरु जी दीवान सजा के बैठे ने। सतगुरां दे चरणां दे विच प्रिथी चंद भी है ते सतगुरु साहब श्री गुरु रामदास पातशाह की शरण दे विच जदों आए ना, सतगुरु साहब श्री गुरु अर्जन देव जी पातशाह ते सतगुरु जी ने प्रिथिए नूं कहा कि इहदे 3 पदे जिहड़े ने शब्द दे पूरे हो गए, 1 पदा हो रहे। जे तू गुरबाणी उचारण कीती ते 4था पदा तू उचारणा कर, संगत नूं पता लग जाएगा। प्रिथिया चुप कर जाता है। फिर सतगुरु साहब श्री गुरु अर्जन देव जी पातशाह नूं कहा कि तुसीं गुरबाणी उचारण करनी करो। ते सतगुरु साहब श्री गुरु अर्जन देव जी पातशाह ने 4था पदा उचारण किया। भाग हुआ गुर संत मिलाया, प्रभ अबनासी घर में पाया, सेव करी पल चसा ना बिछड़ा, जन नानक दास तुम्हारे जी। 4था पदा उचारण किया। सतगुरु जी ने गुरता गद्दी का मालक बना दिता। जदों गुरता गद्दी का मालक सतगुरु साहब श्री गुरु अर्जन देव जी पातशाह नूं बना दिता, उस वेले इन्हें ईर्खा करनी शुरू कर दी प्रिथिया ने कि मैं तो वड्डा गुरता गद्दी का हक मेरा बनदा। मसंद जिहड़े सन उन्हां नूं अपनाउणा कीता।
ਜਦੋਂ ਦਸਤਾਰਬੰਦੀ ਦਾ ਸਮਾਂ ਆਉਂਦਾ ਹੈ, ਉਸ ਵੇਲੇ ਰਿਸ਼ਤੇਦਾਰ ਸਾਕ ਸੰਬੰਧੀ ਆਉਂਦੇ ਨੇ। ਇਹਨੇ ਸੋਚਿਆ ਕਿ ਸੰਗਤ ਦੇ ਵਿੱਚ ਦਸਤਾਰ ਮੈਂ ਲੈ ਲਵਾਂਗਾ, ਪਤਾ ਲੱਗ ਜਾਵੇਗਾ ਕਿ ਗੁਰਤਾ ਗੱਦੀ ਦਾ ਮਾਲਕ ਪ੍ਰਿਥੀ ਚੰਦ ਹੈ। ਉੱਥੇ ਵੀ ਇਹਨੇ ਆਪਣੀ ਚਤੁਰਾਈ, ਆਪਣੀ ਸਿਆਣਪ ਵਰਤੀ, ਕਿਸੇ ਤਰੀਕੇ ਦੇ ਨਾਲ ਦਸਤਾਰ ਇਹਨੇ ਲੈਣੀ ਕੀਤੀ, ਝਗੜਾ ਕਰਕੇ। ਪਰ ਗੁਰੂ ਦੇ ਸਿੱਖ ਜਿਹੜੇ ਸਨ, ਉਹਨਾਂ ਨੂੰ ਪਤਾ ਸੀ ਕਿ ਗੁਰਤਾ ਗੱਦੀ ਦਾ ਮਾਲਕ ਕੌਣ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਜਦੋਂ ਗੁਰਤਾ ਗੱਦੀ ਦਾ ਮਾਲਕ ਬਣਾਇਆ ਸੀ ਤੇ ਬਚਨ ਕੀਤੇ ਸਨ ਕਿ ਜਿਹੜੀ ਸੇਵਾ ਅੰਮ੍ਰਿਤਸਰ ਦੀ ਬਾਕੀ ਹੈ ਨਾ, ਉਹ ਸਾਰੀ ਸੰਪੂਰਨ ਕਰਨੀ ਕਰੋ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਅੰਮ੍ਰਿਤਸਰ ਦੇ ਵਿੱਚ ਆ ਜਾਂਦੇ ਕਿ ਪ੍ਰਿਥੀ ਚੰਦ ਜਿਹੜਾ ਸੀ, ਇਹਨੇ ਬੜੇ ਯਤਨ ਕੀਤੇ, ਕੋਈ ਸੰਗਤ ਨਹੀਂ ਆਈ। ਸੰਗਤਾਂ ਸਾਰੀਆਂ ਅੰਮ੍ਰਿਤਸਰ ਦੀ ਧਰਤੀ ਤੇ ਆਉਣੀਆਂ ਸ਼ੁਰੂ ਹੋ ਗਈਆਂ, ਇਹ ਵੀ ਅੰਮ੍ਰਿਤਸਰ ਆ ਗਿਆ। ਪਰ ਪ੍ਰਿਥੀ ਨੇ ਕੀ ਕੀਤਾ, ਸੰਗਤਾਂ ਦੇ ਰਸਤੇ ਰੋਕਣੇ ਸ਼ੁਰੂ ਕਰ ਦਿੱਤੇ। ਸੰਗਤਾਂ ਨੂੰ ਮਸੰਦਾਂ ਨੂੰ ਭੇਜਣਾ, ਸੰਗਤਾਂ ਨੂੰ ਆਪਣੇ ਕੋਲ ਲੈ ਆਉਣਾ, ਭੇਟਾਵਾਂ ਲੈ ਲੈਣੀਆਂ, ਲੰਗਰ ਛਕਣ ਵਾਸਤੇ ਉਧਰ ਭੇਜਿਆ ਕਰਨਾ ਗੁਰੂ ਕੇ ਲੰਗਰ ਦੇ ਵਿੱਚ। ਜਿਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਗਰੇ ਤੋਂ ਚੱਲ ਕੇ ਆਉਂਦੇ ਨੇ ਸੰਗਤਾਂ ਦੇ ਨਾਲ, ਪਤਾ ਲੱਗਿਆ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੋਤੀ ਜੋਤ ਸਮਾ ਗਏ ਨੇ ਤੇ ਗੁਰਤਾ ਗੱਦੀ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਬਣੇ ਨੇ। ਉਸ ਵੇਲੇ ਇਹ ਵੇਖਣ ਵਾਸਤੇ, ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਉਂਦੇ ਨੇ। ਜਦੋਂ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਦੇ ਨੇ, ਉਸ ਵੇਲੇ ਸੁੱਕੀਆਂ ਜਿਹੜੀਆਂ ਰੋਟੀਆਂ ਸਨ ਛੋਲਿਆਂ ਦੀਆਂ, ਉਹ ਪ੍ਰਾਪਤ ਹੋਈਆਂ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਨਾਲ ਬਚਨ ਕੀਤੇ। ਸਤਿਗੁਰੂ ਜੀ ਕਹਿਣ ਲੱਗੇ ਕਿ ਆਪਣੀ ਭੈਣ ਜੀ ਉਹਨਾਂ ਨੂੰ ਜਾ ਕੇ ਪੁੱਛਣਾ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਰਿਸ਼ਤੇਦਾਰੀ ਦੇ ਵਿੱਚੋਂ ਸਤਿਗੁਰੂ ਜੀ ਦੇ ਮਾਮਾ ਜੀ ਲੱਗਦੇ ਸਨ ਤੇ ਕਹਿੰਦੇ ਫਿਰ ਉਸ ਵੇਲੇ ਬੀਬੀ ਭਾਨੀ ਜੀ ਦੇ ਕੋਲ ਗਏ। ਬੀਬੀ ਭਾਨੀ ਜੀ ਨੇ ਫਿਰ ਸਾਰੀ ਗੱਲ ਦੱਸਣੀ ਕੀਤੀ ਕਿ ਪ੍ਰਿਥੀ ਨੇ ਇਸ ਤਰ੍ਹਾਂ ਰਸਤਾ ਰੋਕਣਾ ਕੀਤਾ। ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਮਿਲ ਕੇ ਸੰਗਤਾਂ ਨੂੰ ਸਮਝਾਉਣਾ ਸ਼ੁਰੂ ਕੀਤਾ। ਅੱਗੋਂ ਦੀ ਜਾ ਕੇ ਸੰਗਤਾਂ ਨੂੰ ਮਿਲਦੇ, ਸੰਗਤਾਂ ਨੂੰ ਸਮਝਾਉਂਦੇ, ਉਹਨਾਂ ਨੂੰ ਇਹ ਗੱਲ ਦੱਸਦੇ ਕਿ ਜੇ ਤੁਸੀਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਣਾ ਚਾਹੁੰਦੇ ਹੋ, ਚਾਦਰ ਵਿਛਾ ਦਿੰਦੇ, ਦੱਸ ਦਿੰਦੇ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਜੇ ਖੁਸ਼ੀਆਂ ਲੈਣਾ ਚਾਹੁੰਦੇ ਹੋ ਤੇ ਫਿਰ ਭੇਟਾਵਾਂ ਜਿਹੜੀਆਂ ਲੈ ਕੇ ਆਇਓ, ਇਹ ਚਾਦਰ ਤੇ ਰੱਖਣੀਆਂ ਕਰੋ। ਗੁਰੂ ਸਿੱਖਾਂ ਨੇ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਫਿਰ ਪ੍ਰਿਥੀ ਨੇ ਬੜੀ ਈਰਖਾ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੀ ਬੜੇ ਮਾੜੇ ਬਚਨ ਬੋਲਣੇ ਕੀਤੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਇੱਕ ਤੇ ਅੰਮ੍ਰਿਤ ਸਰੋਵਰ ਜਿਹੜਾ ਸੀ ਉਹ ਤਿਆਰ ਕਰਵਾਇਆ। ਹਰਮੰਦਰ ਦੀ ਨੀਂਹ ਰੱਖੀ, ਹਰਮੰਦਰ ਜਿਹੜਾ ਸੀ ਉਹ ਤਿਆਰ ਕਰਵਾਉਣਾ ਕੀਤਾ। ਸਭ ਤੋਂ ਵੱਡਾ ਗੁਰਸਿੱਖਾਂ ਦੇ ਉੱਤੇ ਇਹ ਪਰਉਪਕਾਰ ਕੀਤਾ, ਸਭ ਤੋਂ ਵੱਡੀ ਬਖਸ਼ਿਸ਼ ਜਿਹੜੀ ਸੀ ਸਿੱਖਾਂ ਦੇ ਉੱਤੇ ਇਹ ਕੀਤੀ ਕਿ ਜਿੰਨੀ ਗੁਰਬਾਣੀ ਸੀ ਸਭ ਨੂੰ ਇੱਕ ਥਾਂ ਤੇ ਇਕੱਠਿਆਂ ਕਰਨਾ ਕੀਤਾ। ਕਿਉਂ ਉਸ ਵੇਲੇ ਪ੍ਰਿਥੀ ਚੰਦ ਨੇ, ਪ੍ਰਿਥੀ ਚੰਦ ਦੇ ਸੁਪੁੱਤਰ ਜਿਹੜਾ ਮਿਹਰਬਾਨ ਸੀ, ਉਹਨੇ ਵੀ, ਇਹਨਾਂ ਨੇ ਬੜੇ ਯਤਨ ਕੀਤੇ। ਗੁਰਬਾਣੀ ਦੇ ਸ਼ਬਦ ਲਿਖਦੇ, ਆਪਣੇ ਸ਼ਬਦ ਬਣਾਉਂਦੇ, ਆਪਣੇ ਸ਼ਬਦ ਬਣਾ ਕੇ ਤੇ ਪਿੱਛੇ ਨਾਨਕ ਨਾਮ ਦੀ ਮੋਹਰ ਛਾਪ ਲਾ ਦਿੰਦੇ। ਗੁਰਸਿੱਖਾਂ ਨੇ ਆ ਕੇ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਸਤਿਗੁਰੂ ਜੀ, ਸਾਨੂੰ ਹੁਣ ਕਿਵੇਂ ਸਮਝ ਲੱਗੇਗੀ, ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਤਿਗੁਰਾਂ ਦੀ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ। ਇਸ ਦੀ ਸਾਨੂੰ ਕਿਵੇਂ ਸਮਝ ਲੱਗੇ ਕਿ ਕਿਵੇਂ ਸਾਨੂੰ ਪਰਖ ਹੋਵੇਗੀ। ਤੇ ਫਿਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਗੁਰਸਿੱਖਾਂ ਦੇ ਉੱਤੇ ਬੜੀ ਕਿਰਪਾ ਕੀਤੀ, ਬੜੀ ਬਖਸ਼ਿਸ਼ ਕੀਤੀ। ਰਾਮਸਰ ਵਾਲੇ ਅਸਥਾਨ ਤੇ ਬੈਠ ਕੇ ਸਤਿਗੁਰੂ ਜੀ ਨੇ ਗੁਰਬਾਣੀ ਜਿਹੜੀ ਸੀ ਲਿਖਾਉਣੀ ਸ਼ੁਰੂ ਕੀਤੀ। ਜਦੋਂ ਗੁਰਬਾਣੀ ਲਿਖੀ ਗਈ ਤੇ ਸਤਿਗੁਰੂ ਜੀ ਨੇ ਉਸ ਵੇਲੇ, ਜਦੋਂ ਇਹ ਗ੍ਰੰਥ ਸਾਹਿਬ ਤਿਆਰ ਹੋਇਆ ਨਾ, ਜਿਹਨੂੰ ਬੀੜ ਸਾਹਿਬ ਆਖਿਆ ਕਰਦੇ ਸਨ, ਉਸ ਵੇਲੇ ਫਿਰ ਬਾਬਾ ਬੁੱਢਾ ਜੀ ਨੂੰ ਨਾਲ ਲਿਆ ਤੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਆਪ ਚੌਰ ਸਾਹਿਬ ਕਰਦੇ ਨੇ
ਗੁਰੂ ਗ੍ਰੰਥ ਸਾਹਿਬ ਦੀ ਇਹ ਬੀੜ ਜਿਹੜੀ ਸੀ ਇਹਨੂੰ ਹਰਮੰਦਰ ਦੇ ਵਿੱਚ ਲਿਆਂਦਾ, ਹਰਮੰਦਰ ਦੇ ਵਿੱਚ ਲਿਆ ਕੇ ਪ੍ਰਕਾਸ਼ ਕਰਨਾ ਕੀਤਾ। ਉਸ ਵੇਲੇ ਦਾ ਇਸ ਤਰ੍ਹਾਂ ਸੀ ਕਿ ਜਦੋਂ ਹੁਕਮ ਲਿਆ ਜਾਂਦਾ ਸੀ ਉਹਨੂੰ ਆਵਾਜ਼ਾਂ ਕਿਹਾ ਜਾਂਦਾ ਸੀ। ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਜੀ ਆਵਾਜ਼ਾਂ ਲੈਣਾ ਕਰੋ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮ ਅਰਜਨ ਦੇਵ ਜੀ ਪਾਤਸ਼ਾਹ ਦੇ ਬਚਨਾਂ ਦੇ ਨਾਲ ਬਾਬਾ ਬੁੱਢਾ ਜੀ ਨੇ ਹੁਕਮ ਲਿਆ कि संतां के कारज आप खलोया, हर कम करावण आया राम। तरत सुहावी ताल सुहावा, विच अमृत जल छाया राम। अमृत जल छाया पूर्ण साज कराया, सगल मनोरथ पूरे। ये हुक्म आया, हुक्म लेना कीता। फिर समझाया। शाम का वेला होया ते सतगुरु साहब श्री गुरु अर्जन देव जी पातशाह के चरणों के विच बेनती करके पूछी कि सतगुरु जी हुण की हुक्म है। जिथे कोठा साहब विखे सतगुरु जी आप आराम करते सन, सतगुरु साहब श्री गुरु ग्रंथ साहब जी का सुखासन किया ते स्वरूप उत्थे पहुँचाउणा कीता। सतगुरु जी आप पलंग ते नहीं आराम करते, आप थले आराम करते ने। पलंग ते सतगुरु साहब श्री गुरु ग्रंथ साहब पातशाह नूं विराजमान किया जाता है। इन्ना सत्कार करते सन सतगुरु जी गुरबाणी का। क्यों सतगुरु जी ने यह गल दस दी कि बाणी जिहड़ी है किसी मनुख की उचारण की नहीं, ये बाणी ते तुर दरगाह तो आई। सतगुरु जी ने यह भी बचन दस दिते कि हाँ आपो बोल ना जानदा, मैं कहिया सब हुक्माओ जियो। सतगुरु जी ने यह भी बचन कर दिते कि तुर की बाणी आई, तिन सगली चिंत मिटाई। कि बाणी जिहड़ी तुर दरगाह तो आई, किसी मनुख की उचारण की बाणी नहीं। ये सतगुरु जी ने इस गल का खुलासा कर दिता। ते सतगुरु साहब श्री गुरु नानक देव जी पातशाह ने भी ये बचन कर दिते। सतगुरु साहब श्री गुरु नानक देव जी पातशाह ने भी ये दस दिता कि बाणी जिहड़ी है ना वो किसी मनुख की उचारण की नहीं। जैसी मैं आवे खसम की बाणी, तैसड़ा करी ज्ञान वे लालो। सतगुरु जी ने एमनाबाद दे विच दसना कीता सी भाई लालो नूं कि भाई लालो ये बाणी मैं आप कोई पैगाम नहीं तेनों दिंदा, जिहड़ा पैगाम मैनूं मिलिया ना वो मैं तेनों पैगाम दिंदा, तेनों दस दिंदा कि परमेश्वर नूं की पाउंदा है, परमेश्वर नूं की चंगा लगदा। इस तरह सतगुरु जी ने सब तो वड्डा परोपकार जिहड़ा सी गुरसिखां दे उत्ते ये करना कीता। ते सतगुरु जी ने सिखां दे उत्ते बड़ियां बख्शिशां कीतियां। भाई बहलो वर्गे जिहड़े आके सेवा करते सन। सखी सरवर दा उपासक सी भाई बहलो, मालवे की धरती ते रहण वाला सी। सतगुरु जी के चरणों के विच रह के जदों सेवा की ना, इन्नी सेवा की, इन्नियां बख्शिशां सतगुरां दी हासिल कीतियां। कहंदे इट्टां दे पकावे लाए गए। किसी ने दस्सिया कि इट्टां जिहड़ियां ने ना वो तां पक्कियां निकलदियां ने, इहदे विच गंदगी पाई जावे। भाई बहलो ने सारे शहर की गंदगी जिहड़ी इकट्ठी कीती ते इट्टां दे विच पाउणी कीती। इट्टां पक के लाल रंग दियां हो गईयां। जदों सतगुरु जी ने इट्टां वेखियां, पुछया कि इट्टां किसने पकाउणियां कीतियां। गुरसिखां दस्सिया कि सतगुरु जी भाई बहलो ने। सतगुरु साहब श्री गुरु अर्जन देव जी पातशाह इन्ने त्रुठे, इन्ने खुश होए, कहन लगे भाई बहलों सब तो पहलों सब तो ज़्यादियां बख्शिशां भाई बहलों ते कीतियां। एक सतगुरु जी की हजूरी दे विच आया सी गंगा राम ब्राह्मण जिहड़ा सी। ये गंगा राम ब्राह्मण जाति दे नाल संबंध रखदा सी ते गंगा राम जिहड़ा सी बाजरी दा व्यापार करदा सी। ये व्यापार करन वास्ते आया, किसी नूं पुछया, ऊठां दे उत्ते बाजरा ते बाजरी लद्दी सी। इहने किसी ने दस्सिया कि सतगुरु साहब श्री गुरु अर्जन देव जी पातशाह हरमंदर की सेवा कराउंदे ने, उत्थे लंगर चलदा है ते उत्थे ये तेरा जिहड़ा समान विक सकदा है। इन्हें आके सतगुरु जी की हजूरी दे विच बेनती की, नमस्कार की, देखदा है लंगर चलदा है। जो भी लोड़वंद ने लंगर छकदे ने, सारा कुछ वेखना कीता। मन दे विच आया ते कहंदे उस वेले ये गंगा राम ने ना
ਲੰਗਰ ਦੇ ਵਿੱਚ ਕੁਛ ਬਾਜਰੀ ਜਿਹੜੀ ਸੀ ਦੇਣੀ ਕੀਤੀ। ਇਸ ਤਰ੍ਹਾਂ ਕਈ ਦਿਨ ਲੰਗਰ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਬਾਜਰੀ ਜਿਹੜੀ ਦਿੰਦਾ ਰਿਹਾ। ਸਤਿਗੁਰੂ ਜੀ ਨੇ ਬਚਨ ਕੀਤੇ, ਕਹਿਣ ਲੱਗੇ ਗੰਗਾ ਰਾਮ, ਜਦੋਂ ਸੰਗਤਾਂ ਆਉਣਗੀਆਂ ਨਾ, ਜਦੋਂ ਧਨ ਆਵੇਗਾ, ਮਾਇਆ ਆਵੇਗਾ, ਤੇਰਾ ਉਸ ਵੇਲੇ ਹਿਸਾਬ ਜਿਹੜਾ ਉਹ ਸਾਰਾ ਚੁਕਤਾ ਕੀਤਾ ਜਾਵੇਗਾ। ਜਦੋਂ ਸਤਿਗੁਰੂ ਜੀ ਗੰਗਾ ਰਾਮ ਨੂੰ ਪੈਸੇ ਦੇਣ ਲੱਗੇ ਨਾ, ਤੇ ਗੰਗਾ ਰਾਮ ਨੇ ਇਨਕਾਰ ਕਰ ਦਿੱਤਾ, ਸਤਿਗੁਰੂ ਜੀ ਨਹੀਂ। ਫਿਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਇਹਦੇ ਤੇ ਗੰਗਾ ਰਾਮ ਤੇ ਵੀ ਬੜੀਆਂ ਬਖਸ਼ਿਸ਼ਾਂ ਕੀਤੀਆਂ ਤੇ ਲਾਹੌਰ ਦੇ ਬੁੱਧੂ ਨੂੰ ਇਹ ਗੱਲ ਸਮਝਾ ਦਿੱਤੀ। ਜਿਹੜਾ ਲਾਹੌਰ ਦਾ ਰਹਿਣ ਵਾਲਾ ਬੁੱਧੂ ਸੀ ਨਾ, ਇਹ ਪੱਠੇ ਲਾਉਂਦਾ ਸੀ, ਇੱਟਾਂ ਪਕਾਉਂਦਾ ਸੀ, ਪਕਾਵੇ ਲਾਉਂਦਾ ਸੀ ਤੇ ਇਹ ਵਪਾਰ ਕਰਦਾ ਸੀ। ਇਹਨੇ ਸੋਚਿਆ ਕਿ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਜਾਵਾਂ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ। ਜਦੋਂ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਸਤਿਗੁਰੂ ਜੀ ਨੇ ਕਿਹਾ ਕਿ ਸੰਗਤ ਕਰ ਤੇ ਸੰਗਤ ਦੇ ਵਾਸਤੇ ਪ੍ਰਸ਼ਾਦਾ ਤਿਆਰ ਕਰ, ਕਥਾ ਕੀਰਤਨ ਕਰਾਉਣੀ ਕਰ ਤੇ ਉਸ ਤੋਂ ਬਾਅਦ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀ, ਗੁਰੂ ਕਿਰਪਾ ਕਰੇਗਾ, ਤੇਰੇ ਕਾਰਜ ਸਫਲੇ ਹੋ ਜਾਣਗੇ। ਭਾਈ ਬੁੱਧੂ ਨੇ ਇਸੇ ਤਰ੍ਹਾਂ ਕੀਤਾ, ਲਾਹੌਰ ਦੇ ਵਿੱਚ ਗਿਆ, ਸੰਗਤਾਂ ਨੂੰ ਇਕੱਠਿਆਂ ਕੀਤਾ, ਕੀਰਤਨ ਕਥਾ ਹੋਈ ਤੇ ਉਸ ਤੋਂ ਬਾਅਦ ਲੰਗਰ ਜਿਹੜਾ ਸੀ ਉਹ ਛਕਾਉਣਾ ਕੀਤਾ। ਇੱਕ ਗੁਰੂ ਦਾ ਸਿੱਖ ਸੀ ਭਾਈ ਲੱਖੂ, ਇਹਨੇ ਦਰਵਾਜ਼ੇ ਤੇ ਆ ਕੇ ਆਵਾਜ਼ ਦੇਣੀ ਕੀਤੀ ਕਿ ਮੈਨੂੰ ਭੁੱਖ ਲੱਗੀ ਹੈ, ਲੰਗਰ ਛਕਣਾ। ਤੇ ਬੁੱਧੂ ਨੇ ਉਸ ਵੇਲੇ ਇਨਕਾਰ ਕਰ ਦਿੱਤਾ, ਕਹਿਣ ਲੱਗਿਆ ਕਿ ਤੂੰ ਪਹਿਲੋਂ ਆਉਣਾ ਸੀ, ਹੁਣ ਕੋਈ ਤੇਰੇ ਵਾਸਤੇ ਲੰਗਰ ਨਹੀਂ। ਜਦੋਂ ਗੁਰਸਿੱਖਾਂ ਨੇ ਲੰਗਰ ਛਕਿਆ, ਅਰਦਾਸ ਕਰਨ ਲੱਗੇ। ਅਰਦਾਸ ਦੇ ਵਿੱਚ ਕਿਹਾ ਕਿ ਸਤਿਗੁਰੂ ਜੀ ਕਿਰਪਾ ਕਰੋ, ਭਾਈ ਬੁੱਧੂ ਦੇ ਜਿਹੜੇ ਪਚਾਵੇ ਨੇ ਉਹਨਾਂ ਦੀਆਂ ਇੱਟਾਂ ਪੱਕੀਆਂ ਨਿਕਲ ਆਉਣ। ਤੇ ਭਾਈ ਬੁੱਧੂ ਨੇ ਉਸ ਵੇਲੇ ਜਦੋਂ ਇਹ ਅਰਦਾਸ ਕਰਵਾਈ ਤੇ ਭਾਈ ਲੱਖੂ ਜਿਹੜੇ ਸਨ ਕਹਿਣ ਲੱਗੇ ਕਿ ਭਾਈ ਬੁੱਧੂ ਦੇ ਪਚਾਵੇ ਜਿਹੜੇ ਨੇ ਉਹ ਕੱਚੇ ਰਹਿਣਗੇ। ਤੇ ਭਾਈ ਬੁੱਧੂ ਨੂੰ ਮਾਣ ਸੀ ਕਿ ਸੰਗਤ ਨੇ ਅਰਦਾਸ ਕਰ ਦਿੱਤੀ ਤੇ ਸਤਿਗੁਰੂ ਜੀ ਨੇ ਬਚਨ ਕਰ ਦਿੱਤੇ। ਸਤਿਗੁਰੂ ਦੇ ਬਚਨਾਂ ਨੂੰ ਕੌਣ ਮੋੜ ਸਕਦਾ? ਇਹ ਕਹਿਣ ਲੱਗਿਆ ਕਿ ਤੂੰ ਵੱਡਾ ਸਿੱਖ ਆ ਗਿਆ, ਤੇਰੇ ਕਹਿਣ ਤੇ ਪਚਾਵੇ ਕੱਚੇ ਨਹੀਂ ਨਿਕਲ ਸਕਦੇ। ਪਰ ਵਾਕਈ ਜਦੋਂ ਪਚਾਵੇ ਖੋਲੇ ਤੇ ਇੱਟਾਂ ਕੱਚੀਆਂ। ਭਾਈ ਬੁੱਧੂ ਜਿਹੜਾ ਸੀ ਨਾ, ਇਹਨੂੰ ਉਸ ਵੇਲੇ ਫਿਕਰ ਲੱਗ ਜਾਂਦਾ। ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਆਇਆ, ਬੇਨਤੀ ਕੀਤੀ। ਸਤਿਗੁਰੂ ਜੀ ਨੇ ਪੁੱਛਿਆ, ਕਹਿਣ ਲੱਗੇ ਕਿ ਜਦੋਂ ਤੂੰ ਲੰਗਰ ਛਕਾਇਆ ਤੇਰੇ ਕੋਲ ਕੋਈ ਲੰਗਰ ਛਕਣ ਤੇ ਨਹੀਂ ਆ? ਕਹਿਣ ਲੱਗੇ ਹਾਂ, ਲੱਖੂ ਆਇਆ ਸੀ। ਤੇ ਸਤਿਗੁਰੂ ਜੀ ਕਹਿਣ ਲੱਗੇ ਤੂੰ ਚੰਗਾ ਨਹੀਂ ਕੀਤਾ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਤਿਸ ਗੁਰੂ ਖੁਸ਼ੀ ਆਵੇ। ਕਹਿਣ ਲੱਗੇ ਕਿ ਗੁਰਸਿੱਖਾਂ ਦੇ ਅੰਦਰ ਗੁਰੂ ਵਰਤਦਾ ਹੈ, ਜਿਹੜਾ ਗੁਰਸਿੱਖਾਂ ਦੀ ਸੇਵਾ ਕਰਦਾ ਹੈ ਉਹਦੇ ਤੇ ਗੁਰੂ ਦੀ ਰਹਿਮਤ, ਗੁਰੂ ਦੀ ਕਿਰਪਾ ਹੋਇਆ ਕਰਦੀ, ਗੁਰੂ ਦੀਆਂ ਬਖਸ਼ਿਸ਼ਾਂ ਉਹਦੇ ਤੇ ਹੁੰਦੀਆਂ ਨੇ ਜਿਹੜਾ ਗੁਰੂ ਦੇ ਸਿੱਖਾਂ ਦੀ ਸੇਵਾ ਕਰਦਾ। ਇਹੀ ਗੱਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਸਮਝਾਈ ਸੀ ਕਿ ਗੁਰਸਿੱਖਾਂ ਦੇ ਅੰਦਰ ਗੁਰੂ ਵਰਤਦਾ। ਜਿਸ ਵੇਲੇ ਕਾਬਲ ਤੋਂ ਸੰਗਤਾਂ ਆਈਆਂ ਸਨ ਤੇ ਜਿਸ ਵੇਲੇ ਮਠਿਆਈਆਂ ਦੀ ਗੱਲ ਹੋਈ ਸੀ ਤੇ ਉਸ ਵੇਲੇ ਵੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੀ ਬਚਨ ਕੀਤੇ ਸਨ ਕਿ ਜੇ ਮੇਰੇ ਗੁਰਸਿੱਖਾਂ ਵਾਸਤੇ ਮਠਿਆਈਆਂ ਨਹੀਂ ਨਾ ਤੇ ਇਹ ਬਰਾਤੀ ਵੀ ਨਹੀਂ ਛਕ ਸਕਣਗੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਇਸ ਤਰ੍ਹਾਂ ਗੁਰਸਿੱਖਾਂ ਤੇ ਬੜੀਆਂ ਬਖਸ਼ਿਸ਼ਾਂ, ਬੜੀਆਂ ਰਹਿਮਤਾਂ ਕੀਤੀਆਂ, ਬੜਾ ਵੱਡਾ ਪਰਉਪਕਾਰ ਕਰਨਾ ਕੀਤਾ। ਅੱਜ ਦੇ ਦਿਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸਤਿਗੁਰੂ ਜੀ ਪ੍ਰਕਾਸ਼ਮਾਨ ਹੋਏ ਤੇ ਅਨੇਕਾਂ ਹੀ ਜੀਵਾਂ ਦਾ ਉਧਾਰ ਕੀਤਾ, ਅਨੇਕਾਂ ਹੀ ਜੀਵਾਂ ਨੂੰ ਸੰਸਾਰ ਸਾਗਰ ਤੋਂ ਪਾਰ ਕਰਨਾ ਕੀਤਾ। ਸਤਿਗੁਰਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮਾਫ ਕਰਨੀਆਂ। ਸੰਗਤ ਤੇ ਗੁਰੂ ਬਖਸ਼ਣ ਜੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ